Good morning, students. Today we are going to do a chapter from our reader book Nikke Nikke Kham. Chapter number is second and chapter name is Maharaja Ranjit Singh da Insaf. ਕੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਾਣਦੇ ਹੋ? ਨਹੀਂ ਤਾਂ ਪਹਿਲਾਂ ਕੁਝ ਉਹਨਾਂ ਦੇ ਬਾਰੇ ਅਸੀਂ ਜਾਣਦੇ ਹਾਂ। ਫਿਰ ਉਹਨਾਂ ਦੀ ਕਹਾਣੀ ਮਹਾਰਾਜਾ ਰਣਜੀਤ ਸਿੰਘ ਦਾ ਇਨਸਾਫ ਪੜ੍ਹਾਂਗੇ। ਤਾਂ ਪਿਆਰੇ ਬੱਚਿਓ, ਇਹ ਤਸਵੀਰ ਤੁਸੀਂ ਵੇਖ ਰਹੇ ਹੋ, ਇਹ ਤਸਵੀਰ ਹੈ ਮਹਾਰਾਜਾ ਰਣਜੀਤ ਸਿੰਘ ਦੀ। ਮਹਾਰਾਜਾ ਰਣਜੀਤ ਸਿੰਘ, ਜਿਸ ਨੂੰ ਸ਼ੇਰੇ ਪੰਜਾਬ ਵੀ ਕਿਹਾ ਜਾਂਦਾ ਹੈ। ਬਚਪਨ ਵਿੱਚ ਇਹਨਾਂ ਦੀ ਇੱਕ ਅੱਖ ਖਰਾਬ ਹੋ ਜਾਂਦੀ ਹੈ ਤੇ ਇਸ ਕਰਕੇ ਇਹਨਾਂ ਨੂੰ ਕਈ ਵਾਰ ਵੀ ਕਿਹਾ ਜਾਂਦਾ ਹੈ ਕਿ ਇਹ ਸਭ ਨੂੰ ਇੱਕ ਅੱਖ ਨਾਲ ਵੇਖਦੇ ਸਨ, ਯਾਨੀ ਕਿ ਇੱਕ ਸਮਾਨ ਸਮਝਦੇ ਹਨ। ਇਹਨਾਂ ਨੂੰ ਇੱਕ ਬਹੁਤ ਨਿਆਂਕਾਰੀ ਰਾਜਾ ਕਿਹਾ ਜਾਂਦਾ ਹੈ। ਨਿਆਂਕਾਰੀ ਮਤਲਬ ਜੋ ਨਿਆਂ ਕਰਨ ਵਾਲਾ, ਜਸਟਿਸ ਕਰਨ ਵਾਲਾ ਰਾਜਾ ਕਿਹਾ ਜਾਂਦਾ ਹੈ। ਇਹਨਾਂ ਦਾ ਰਾਜ 1801 ਤੋਂ ਲੈ ਕੇ 1839 ਈਸਵੀ ਤੱਕ ਰਿਹਾ ਤੇ ਇਹਨਾਂ ਦਾ ਪੂਰਾ ਨਾਂ ਰਣਜੀਤ ਸਿੰਘ ਸੀ। ਇਹਨਾਂ ਦਾ ਜਨਮ 13 ਨਵੰਬਰ 1780 ਨੂੰ ਹੋਇਆ ਤੇ ਇਹਨਾਂ ਦਾ ਰਾਜ ਲਾਹੌਰ, ਜੋ ਕਿ ਪਾਕਿਸਤਾਨ ਵਿੱਚ ਹੈ, ਲਾਹੌਰ ਤੋਂ ਲੈ ਕੇ ਪਠਾਨਕੋਟ, ਅਨੰਦਪੁਰ, ਇਹਨਾਂ ਥਾਵਾਂ ਤੱਕ ਫੈਲਿਆ ਹੋਇਆ ਸੀ। ਇਹਨਾਂ ਦੀ ਮੌਤ 27 ਜੂਨ 1839 ਵਿੱਚ ਹੋ ਗਈ। ਇਹਨਾਂ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਦੇ ਰਾਜ 'ਤੇ ਕਬਜ਼ਾ ਕਰ ਲਿਆ। ਤਾਂ ਬੱਚੋ, ਇਹ ਤੁਸੀਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਬਾਰੇ ਜਾਣਿਆ। ਹੁਣ ਉਹਨਾਂ ਦੇ ਬਾਰੇ ਕੁਝ ਹੋਰ ਡਿਟੇਲ ਵਿੱਚ ਜਾਣਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਕਿਸ ਤਰ੍ਹਾਂ ਦੇ ਰਾਜਾ ਸਨ ਤੇ ਉਹਨਾਂ ਦਾ ਨਿਆਂ, ਉਹਨਾਂ ਦਾ ਜਸਟਿਸ ਕਿਸ ਤਰ੍ਹਾਂ ਦਾ ਸੀ। ਇਸ ਦੇ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਉਹਨਾਂ ਨੂੰ ਪਾਰਸ ਰਾਜਾ ਵੀ ਕਿਹਾ ਜਾਂਦਾ ਸੀਗਾ। ਪਾਰਸ ਜੋ ਲੋਹੇ ਨੂੰ ਵੀ ਸੋਨਾ ਬਣਾ ਦੇ, ਯਾਨੀ ਕਿ ਇਹ ਲੋਕਾਂ ਨੂੰ ਇੰਨਾ ਜ਼ਿਆਦਾ ਸੋਨਾ ਵੰਡਦੇ ਸਨ ਕਿ ਇਹਨਾਂ ਨੂੰ ਪਾਰਸ ਰਾਜਾ ਕਿਹਾ ਜਾਂਦਾ ਸੀ। ਤਾਂ ਕਹਾਣੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਇਨਸਾਫ। ਇਨਸਾਫ ਮਤਲਬ ਨਿਆਂ। ਇਸ ਕਹਾਣੀ ਦਾ ਉਦੇਸ਼ ਕੀ ਹੈ, ਮੰਤਵ ਕੀ ਹੈ? ਇਸ ਕਹਾਣੀ ਦਾ ਉਦੇਸ਼ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਉਹਨਾਂ ਦੇ ਇਨਸਾਫ ਦੇ ਬਾਰੇ ਦੱਸਣਾ ਕਿ ਸਾਡੇ ਇੱਥੇ ਭਾਰਤ ਵਿੱਚ ਕਿੰਨੇ ਮਹਾਨ ਰਾਜਾ ਹੋਏ ਹਨ ਤੇ ਉਹਨਾਂ ਨੇ ਕਿੰਨਾ ਵਧੀਆ ਇਨਸਾਫ ਕੀਤਾ ਹੈ, ਕਿੰਨਾ ਵਧੀਆ ਉਹਨਾਂ ਨੇ ਰਾਜ ਚਲਾਇਆ ਹੈ, ਤਾਂ ਕਿ ਅਸੀਂ ਵੀ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਰਾਜ ਦੁਨੀਆ 'ਤੇ ਕਰੀਏ ਤੇ ਇਹੋ ਜਿਹਾ ਇਨਸਾਫ ਕਰ ਸਕੀਏ। ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦਾ ਹਰਮਨ ਪਿਆਰਾ ਰਾਜਾ ਸੀ। ਹਰਮਨ ਪਿਆਰਾ ਮਤਲਬ ਬਹੁਤ ਪਿਆਰਾ, ਜੋ ਮਨ ਨੂੰ ਚੰਗਾ ਲੱਗੇ, ਹਰਮਨ। ਉਸਦਾ ਰਾਜ ਅਸਲੀ ਪੰਜਾਬੀਆਂ ਦਾ ਰਾਜ ਅਖਵਾਉਂਦਾ ਸੀ। ਅਸਲੀ ਪੰਜਾਬੀਆਂ ਦਾ ਰਾਜ, ਜਿਵੇਂ ਕਹਿੰਦੇ ਨੇ ਪੰਜਾਬੀ ਬੜੇ ਖੁੱਲ੍ਹੇ ਦਿਲ ਦੇ ਹੁੰਦੇ ਹਨ, ਤਾਂ ਉਹਨਾਂ ਨੂੰ ਅਸਲੀ ਪੰਜਾਬੀ ਜਾਂ ਉਹਨਾਂ ਦਾ ਰਾਜ ਅਸਲੀ ਪੰਜਾਬੀਆਂ ਦਾ ਰਾਜ ਕਹਿੰਦੇ ਸਨ। ਉਸਦੇ ਰਾਜ ਵਿੱਚ ਕਿਸੇ ਨਾਲ ਬੇਇਨਸਾਫੀ ਨਹੀਂ ਸੀ ਹੋ ਸਕਦੀ। ਜੇ ਕੋਈ ਕਿਸੇ ਨਾਲ ਵਧੀਕੀ ਕਰਨ ਦੀ ਕੋਸ਼ਿਸ਼ ਕਰਦਾ ਸੀ, ਵਧੀਕੀ ਮਤਲਬ ਇਨਜਸਟਿਸ, ਅਨਿਆਂ ਕਰਨ ਦੀ ਕੋਸ਼ਿਸ਼ ਕਰਦਾ ਸੀ, ਤਾਂ ਉਸਨੂੰ ਸਖਤ ਸਜ਼ਾ ਦਿੱਤੀ ਜਾਂਦੀ ਸੀ। ਚੋਰ ਡਾਕੂਆਂ ਨੂੰ ਤਾਂ ਉਸਦੇ ਰਾਜ ਵਿੱਚ ਕੋਈ ਥਾਂ ਹੀ ਨਹੀਂ ਸੀ, ਯਾਨੀ ਕਿ ਉਸਦੇ ਰਾਜ ਦੇ ਵਿੱਚ ਸਭ ਕੁਝ ਸਹੀ ਵਿਵਸਥਾ ਸੀਗੀ। ਕੋਈ ਚੋਰ ਡਾਕੂ ਉਸਦੇ ਰਾਜ ਵਿੱਚ ਘੁਸ ਨਹੀਂ ਸਕਦਾ ਸੀ, ਕੋਈ ਚੋਰੀ ਨਹੀਂ ਕਰ ਸਕਦਾ ਸੀ। ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਦੀ ਖਬਰਸਾਰ ਲੈਣ ਲਈ ਰਾਤਾਂ ਨੂੰ ਭੇਸ ਬਦਲ ਕੇ ਦੌਰਾ ਕਰਿਆ ਕਰਦਾ ਸੀ, ਕਿ ਰਾਤ ਨੂੰ ਉਹ ਜਾ ਕੇ ਭੇਸ ਬਦਲ ਕੇ ਵੇਖਦੇ ਕਿ ਉਸਦੇ ਰਾਜ ਵਿੱਚ ਕਿੱਥੇ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ। ਇਸ ਦੌਰੇ ਦਾ ਉਸਨੂੰ, ਦੌਰਾ ਯਾਨੀ ਕਿ ਯਾਤਰਾ, ਬਾਹਰ ਨਿਕਲਣਾ,
ਇਸ ਦੌਰੇ ਦਾ ਉਸ ਨੂੰ ਆਪਣੇ ਆਪ ਤੋਂ ਸਿਵਾਏ ਕਿਸੇ ਨੂੰ ਕੁਝ ਪਤਾ ਨਹੀਂ ਸੀ ਹੁੰਦਾ। ਯਾਨੀ ਕਿ ਉਹਨਾਂ ਦੇ ਬਾਹਰ ਨਿਕਲਣ ਦੇ ਸਮੇਂ ਕਿਸੇ ਨੂੰ ਕੁਝ ਪਤਾ ਨਹੀਂ ਸੀ ਲੱਗਦਾ। ਭਾਵ ਸਭ ਕੁਝ ਗੁਪਤ ਹੁੰਦਾ ਸੀ। ਗੁਪਤ ਮਤਲਬ ਸੀਕ੍ਰੇਟ, ਜੋ ਕਿਸੇ ਨੂੰ ਪਤਾ ਨਾ ਹੋਵੇ। ਮਹਾਰਾਜੇ ਦੀ ਸਵਾਰੀ ਜਦੋਂ ਲਾਹੌਰ ਦੇ ਬਾਜ਼ਾਰਾਂ ਵਿੱਚੋਂ ਨਿਕਲਦੀ ਸੀ ਤਾਂ ਲੋਕ ਆਪ ਮਹਿਬੂਬ ਰਾਜੇ ਦਾ ਸਤਿਕਾਰ ਕਰਨ ਲਈ ਬਾਜ਼ਾਰਾਂ ਨੂੰ ਖੂਬ ਸਜਾਉਂਦੇ ਸਨ। ਯਾਨੀ ਕਿ ਮਹਿਬੂਬ ਰਾਜੇ ਮਤਲਬ ਕਿ ਜੋ ਬਹੁਤ ਪਿਆਰਾ ਰਾਜਾ ਹੋਵੇ। ਸਤਿਕਾਰ ਇੱਜ਼ਤ, ਯਾਨੀ ਕਿ ਆਪਣੇ ਪਿਆਰੇ ਰਾਜੇ ਦੀ ਇੱਜ਼ਤ ਲਈ ਬਾਜ਼ਾਰਾਂ ਨੂੰ ਖੂਬ ਸਜਾਉਂਦੇ। ਉਸਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ, ਯਾਨੀ ਕਿ ਉਹਨਾਂ ਦੇ ਉੱਤੇ ਫੁੱਲ ਬਰਸਾਉਂਦੇ। ਰਾਜਾ ਆਪਣੀ ਪ੍ਰਜਾ ਦਾ ਪਿਆਰ, ਯਾਨੀ ਕਿ ਪ੍ਰਜਾ ਹੁੰਦੀ ਹੈ ਜੋ ਉਹਨਾਂ ਦੇ ਰਾਜ ਦੇ ਲੋਕ ਸਨ, ਪ੍ਰਜਾ। ਰਾਜਾ ਆਪਣੀ ਪ੍ਰਜਾ ਦਾ ਪਿਆਰ ਅਤੇ ਸਤਿਕਾਰ ਪਾ ਕੇ ਬਹੁਤ ਖੁਸ਼ ਹੁੰਦਾ ਸੀ। ਇਸ ਤਰ੍ਹਾਂ ਹੀ ਇੱਕ ਦਿਨ ਮਹਾਰਾਜਾ ਆਪਣੇ ਸਿਪਾਹੀਆਂ ਨਾਲ ਲਾਹੌਰ ਦੇ ਬਾਜ਼ਾਰਾਂ ਗਲੀਆਂ ਵਿੱਚੋਂ ਲੰਘ ਰਿਹਾ ਸੀ। ਲੰਘ ਰਿਹਾ ਸੀ ਮਤਲਬ ਜਾ ਰਿਹਾ ਸੀ। ਗਲੀਆਂ ਵਿੱਚੋਂ ਜਦੋਂ ਜਾ ਰਿਹਾ ਸੀ ਤਾਂ ਲੋਕ ਆਪਣੇ ਰਾਜੇ ਦੀ ਜੈ ਜੈਕਾਰ ਕਰ ਰਹੇ ਸਨ। ਉਸ ਵੇਲੇ ਪਤਾ ਨਹੀਂ ਇੱਕ ਵੱਟਾ ਕਿੱਧਰੋਂ ਆਇਆ। ਵੱਟਾ ਯਾਨੀ ਕਿ ਪੱਥਰ। ਤਾਂ ਬੱਚੋ, ਇਹ ਕਹਾਣੀ ਕਿਸ ਦੇ ਬਾਰੇ ਹੈ? ਇਹ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਹੈ। ਕਿਸ ਦੇ ਬਾਰੇ ਦਿੱਤੀ ਗਈ ਹੈ? ਉਹਨਾਂ ਦੇ ਇਨਸਾਫ ਦੇ ਬਾਰੇ ਦਿੱਤੀ ਗਈ ਹੈ। ਉਹਨਾਂ ਦਾ ਰਾਜ ਕਿਸ ਤਰ੍ਹਾਂ ਦਾ ਸੀ? ਉਹਨਾਂ ਦਾ ਰਾਜ ਬਹੁਤ ਹੀ ਕੁਸ਼ਲ ਰਾਜ ਸੀ। ਉਹਨਾਂ ਦੇ ਰਾਜ ਵਿੱਚ ਚੋਰਾਂ ਨੂੰ ਤਾਂ ਕੋਈ ਥਾਂ ਹੀ ਨਹੀਂ ਸੀ। ਮਹਾਰਾਜਾ ਰਾਤ ਨੂੰ ਕਿਸ ਤਰ੍ਹਾਂ ਦੌਰਾ ਕਰਦੇ ਸਨ? ਮਹਾਰਾਜ ਰਾਤ ਨੂੰ ਭੇਸ ਬਦਲ ਕੇ ਦੌਰਾ ਕਰਿਆ ਕਰਦੇ ਸਨ। ਲੋਕ ਬਾਜ਼ਾਰਾਂ ਨੂੰ ਕਿਸ ਤਰ੍ਹਾਂ ਸਜਾਉਂਦੇ ਸਨ? ਲੋਕ ਉਹਨਾਂ ਦੇ ਸਤਿਕਾਰ ਵਾਸਤੇ ਬਾਜ਼ਾਰਾਂ ਨੂੰ ਖੂਬ ਸਜਾਉਂਦੇ ਤੇ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਸਨ। ਇੱਕ ਦਿਨ ਕੀ ਵਾਪਰਿਆ? ਇੱਕ ਦਿਨ ਜਦੋਂ ਉਹ ਆਪਣੇ ਸਿਪਾਹੀਆਂ ਨਾਲ ਲਾਹੌਰ ਦੇ ਬਾਜ਼ਾਰਾਂ ਵਿੱਚ ਜਾ ਰਹੇ ਸੀ ਤਾਂ ਇੱਕ ਵੱਟਾ ਉਹਨਾਂ ਦੇ ਆ ਕੇ ਲੱਗਿਆ। ਵੱਟਾ ਯਾਨੀ ਕਿ ਪੱਥਰ। ਇੱਕ ਵੱਟਾ ਉਹਨਾਂ ਦੇ ਸਿੱਧਾ ਮੱਥੇ ਤੇ ਆ ਵੱਜਾ। ਮੱਥੇ ਵਿੱਚੋਂ ਖੂਨ ਦੀ ਵੱਡੀ ਸਾਰੀ ਤਤੀਰੀ ਵਗਣ ਲੱਗੀ। ਤਤੀਰੀ ਹੁੰਦੀ ਹੈ ਖੂਨ ਦੀ ਧਾਰਾ, ਯਾਨੀ ਕਿ ਉਹਨਾਂ ਦੇ ਮੱਥੇ ਵਿੱਚੋਂ ਖੂਨ ਆਉਣ ਲੱਗ ਪਿਆ। ਸਭ ਪਾਸੇ ਹਾਹਾਕਾਰ ਮਚ ਗਈ। ਹਾਹਾਕਾਰ ਮਤਲਬ ਸ਼ੋਰ ਸ਼ਰਾਬਾ ਮਚ ਗਿਆ। ਸਿਪਾਹੀ ਅੱਗ ਬਬੂਲੇ ਹੋਣ ਲੱਗੇ। ਅੱਗ ਬਬੂਲੇ ਮਤਲਬ ਗੁੱਸੇ ਵਿੱਚ ਆ ਗਏ। ਇੱਕ ਸਿਪਾਹੀ ਲਾਲ ਪੀਲਾ ਹੁੰਦਿਆਂ ਬੋਲਿਆ। ਲਾਲ ਪੀਲਾ ਮਤਲਬ ਗੁੱਸੇ ਨਾਲ ਭਰ ਕੇ ਬੋਲਿਆ, ਇਹ ਕਿਸ ਨੇ ਸ਼ਰਾਰਤ ਕੀਤੀ ਹੈ? ਜਿਸਨੇ ਵੀ ਇਹ ਸ਼ਰਾਰਤ ਕੀਤੀ ਹੈ ਸਾਹਮਣੇ ਆਵੇ, ਨਹੀਂ ਤਾਂ ਉਸਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇਗੀ। ਇੱਕ ਲੜਕਾ ਜੋ ਬਹੁਤ ਸਹਿਮਿਆ ਜਿਹਾ ਪਿਆ ਸੀ, ਸਹਿਮਿਆ ਮਤਲਬ ਡਰਿਆ ਪਿਆ ਸੀ, ਅੱਗੇ ਆਇਆ ਤੇ ਕਹਿਣ ਲੱਗਾ, ਮਹਾਰਾਜ, ਮੈਥੋਂ ਇਹ ਗਲਤੀ ਹੋਈ ਹੈ। ਮੈਨੂੰ ਤੁਸੀਂ ਜੋ ਸਜ਼ਾ ਦਿਓਗੇ ਮਨਜ਼ੂਰ ਹੈ। ਯਾਨੀ ਕਿ ਜਦੋਂ ਸਿਪਾਹੀ ਨੇ ਕੜਕ ਹੋ ਕੇ ਕਿਹਾ ਕਿ ਇਹ ਸ਼ਰਾਰਤ ਕਿਸ ਦੀ ਹੈ, ਤਾਂ ਇੱਕ ਲੜਕਾ ਡਰਿਆ ਡਰਿਆ ਆਇਆ ਤੇ ਕਿਹਾ ਕਿ ਇਹ ਗਲਤੀ ਮੇਰੇ ਤੋਂ ਹੋਈ ਹੈ। ਸਿਪਾਹੀ ਉਸ ਬੱਚੇ ਦੇ ਦੋ ਲਾਉਣੀ ਵਾਲਾ ਸੀ। ਦੋ ਲਾਉਣ ਵਾਲਾ ਮਤਲਬ ਥੱਪੜ ਮਾਰਨ ਵਾਲਾ ਹੀ ਸੀ ਕਿ ਮਹਾਰਾਜ ਬੋਲੇ, ਇਸ ਬੱਚੇ ਨੂੰ ਕੁਝ ਨਾ ਕਹੋ ਤੇ ਅੱਗੇ ਆਉਣ ਦਿਓ। ਯਾਨੀ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਮਹਾਰਾਜ ਕਿੰਨੇ ਸਬਰ ਸੰਤੋਖ ਵਾਲੇ, ਧੀਰਜ ਵਾਲੇ ਵਿਅਕਤੀ ਸਨ। ਜਦੋਂ ਉਹ ਬੱਚਾ ਮਹਾਰਾਜ ਕੋਲ ਆ ਗਿਆ ਤਾਂ ਉਹ ਬੋਲੇ, ਹਾਂ ਬਈ, ਤੂੰ ਇਹ ਵੱਟਾ ਮੇਰੇ ਕਿਉਂ ਮਾਰਿਆ? ਮੈਥੋਂ ਕੀ ਗਲਤੀ ਹੋ ਗਈ ਸੀ ਜੋ ਤੂੰ ਇਹ ਵੱਟਾ ਮੇਰੇ ਮਾਰਿਆ ਹੈ? ਮਹਾਰਾਜ ਗਲਤੀ? ਮਹਾਰਾਜ ਗਲਤੀ ਦਾ ਸ਼ਬਦ ਕਹਿ ਕੇ ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰੋ। ਤੁਸੀਂ ਤਾਂ ਕਦੇ ਗਲਤੀ ਕਰ ਹੀ ਨਹੀਂ ਸਕਦੇ। ਹਾਂ, ਗਲਤੀ ਤਾਂ ਮੇਰੇ ਕੋਲ ਹੋਈ ਹੈ, ਪਰੰਤੂ ਇਹ ਗਲਤੀ ਮੈਂ ਜਾਣ ਬੁੱਝ ਕੇ ਨਹੀਂ ਕੀਤੀ। ਯਾਨੀ ਕਿ ਜਦੋਂ ਮਹਾਰਾਜ ਉਸ ਲੜਕੇ ਕੋਲ ਪੁੱਛਦੇ ਹਨ
ਕਿ ਤੂੰ ਮੇਰੇ ਵੱਟਾ ਕਿਉਂ ਮਾਰਿਆ? ਤਾਂ ਉਹ ਆਖਦਾ ਹੈ ਕਿ ਮਹਾਰਾਜ ਮੈਨੂੰ ਹੋਰ ਸ਼ਰਮਿੰਦਾ ਨਾ ਕਰੋ, ਮੈਨੂੰ ਬਹੁਤ ਸ਼ਰਮ ਆ ਰਹੀ ਹੈ ਇਸ ਗੱਲ 'ਤੇ। ਇਹ ਗਲਤੀ ਮੈਂ ਜਾਣ ਬੁੱਝ ਕੇ ਨਹੀਂ ਕੀਤੀ, ਇਹ ਮੇਰੇ ਕੋਲੋਂ ਬਾਈ ਚਾਂਸ ਹੀ ਹੋ ਗਈ ਹੈ। ਤਾਂ ਆਹ ਗੱਲ ਹੈ। ਤੂੰ ਵੱਟਾ ਬੇਰੀ ਦੇ ਮਾਰਿਆ ਸੀ। ਹਾਂਜੀ, ਬਈ ਜੇ ਤੇਰਾ ਵੱਟਾ ਬੇਰੀ 'ਤੇ ਵੱਜਦਾ ਤਾਂ ਬੇਰੀ ਤੈਨੂੰ ਕੀ ਦਿੰਦੀ? ਯਾਨੀ ਕਿ ਉਹ ਲੜਕਾ ਉਸਨੂੰ ਮਹਾਰਾਜੇ ਨੂੰ ਆਖਦਾ ਹੈ ਕਿ ਮੈਂ ਵੱਟਾ ਬੇਰੀ ਦੇ ਪੇੜ ਨੂੰ ਮਾਰ ਰਿਹਾ ਸੀ। ਬੇਰੀ ਹੁੰਦੀ ਹੈ ਬੇਰ ਦਾ ਪੇੜ, ਬੇਰ ਤੋੜਨ ਵਾਸਤੇ ਉਹ ਲੜਕਾ ਬੇਰੀ ਨੂੰ ਵੱਟਾ ਮਾਰ ਰਿਹਾ ਸੀ ਅਤੇ ਗਲਤੀ ਨਾਲ ਉਹ ਵੱਟਾ ਮਹਾਰਾਜ ਦੇ ਲੱਗ ਜਾਂਦਾ ਹੈ। ਤਾਂ ਮਹਾਰਾਜ ਆਖਦੇ ਨੇ, ਅੱਛਾ ਇਹ ਵੱਟਾ ਤੂੰ ਬੇਰੀ ਨੂੰ ਮਾਰਿਆ ਸੀ। ਅਤੇ ਉਹ ਪੁੱਛਦੇ ਹਨ ਕਿ ਜੇ ਇਹ ਵੱਟਾ ਬੇਰੀ ਨੂੰ ਵੱਜਦਾ ਤਾਂ ਬੇਰੀ ਤੈਨੂੰ ਕੀ ਦਿੰਦੀ? ਜੀ ਬਹੁਤ ਸਾਰੇ ਬੇਰ। ਲੜਕਾ ਆਖਦਾ ਹੈ, ਜੀ ਬੇਰੀ ਮੈਨੂੰ ਬਹੁਤ ਸਾਰੇ ਬੇਰ ਦਿੰਦੀ, ਪਰੰਤੂ ਹੁਣ ਇਹ ਵੱਟਾ ਮੇਰੇ ਵੱਜਾ ਹੈ, ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਤੈਨੂੰ ਕੁਝ ਦੇਈਏ। ਮਹਾਰਾਜ ਮੈਂ ਤਾਂ ਪਹਿਲਾਂ ਹੀ ਕਿਹਾ ਹੈ ਕਿ ਮੈਂ ਤੁਹਾਡੇ ਵੱਲੋਂ ਮਿਲੀ ਹਰ ਸਜ਼ਾ ਪਾਉਣ ਲਈ ਤਿਆਰ ਹਾਂ। ਇਹ ਲੜਕਾ ਬੋਲਦਾ ਹੈ ਕਿ ਮਹਾਰਾਜ ਜੋ ਵੀ ਸਜ਼ਾ ਤੁਸੀਂ ਦਿਓਗੇ ਮੈਨੂੰ ਮਨਜ਼ੂਰ ਹੈ। ਕਾਕਾ ਤੈਨੂੰ ਸਜ਼ਾ ਨਹੀਂ ਮਿਲੇਗੀ। ਮਹਾਰਾਜ ਆਖਦੇ ਹਨ ਕਿ ਕਾਕਾ ਤੈਨੂੰ ਸਜ਼ਾ ਨਹੀਂ ਮਿਲੇਗੀ। ਫਿਰ ਉਹ ਇੱਕ ਸਿਪਾਹੀ ਨੂੰ ਬੋਲੇ, ਇਸ ਬੱਚੇ ਦੀ ਝੋਲੀ ਮੋਹਰਾਂ ਨਾਲ ਭਰ ਦਿੱਤੀ ਜਾਵੇ। ਮੋਹਰ ਯਾਨੀ ਕਿ ਸੋਨੇ ਦੇ ਸਿੱਕੇ। ਆਪਣੇ ਰਾਜੇ ਦੇ ਇਨਸਾਫ ਨੂੰ ਦੇਖ ਕੇ ਸਿਪਾਹੀ ਤੇ ਕੋਲ ਖੜੇ ਹੋਰ ਲੋਕ ਵੀ ਹੱਕੇ ਬੱਕੇ ਰਹਿ ਗਏ। ਹੱਕੇ ਬੱਕੇ ਯਾਨੀ ਕਿ ਹੈਰਾਨ ਹੋ ਗਏ ਕਿ ਮਹਾਰਾਜ ਇਹ ਕੀ, ਉਹਨਾਂ ਨੂੰ ਵੱਟਾ ਮਾਰਨ 'ਤੇ ਉਹ ਸੋਨੇ ਦੇ ਸਿੱਕੇ ਵੰਡ ਰਹੇ ਹਨ, ਮੋਹਰਾਂ ਦੇ ਰਹੇ ਹਨ। ਉਹ ਮਹਾਰਾਜ ਦੀ ਜੈ ਜੈਕਾਰ ਕਰਨ ਲੱਗੇ। ਉਹ ਬੱਚਾ ਵੀ ਮਹਾਰਾਜ ਦੇ ਪੈਰੀਂ ਪੈ ਗਿਆ ਅਤੇ ਉੱਚੀ ਸਾਰੀ ਬੋਲਿਆ, ਸਾਡੇ ਰਾਜੇ ਦੀ ਜੈ। ਯਾਨੀ ਕਿ ਬੱਚੋ ਮਹਾਰਾਜ ਉਸਨੂੰ ਮੋਹਰਾਂ ਦਿੰਦੇ ਹਨ। ਕਿਉਂ ਦਿੰਦੇ ਹਨ? ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਬੇਰੀ ਦਾ ਪੇੜ ਉਸਨੂੰ ਬੇਰ ਦਿੰਦਾ ਤਾਂ ਮੈਨੂੰ ਵੀ ਕੁਝ ਉਸਨੂੰ ਚੰਗਾ ਫਲ ਹੀ ਦੇਣਾ ਚਾਹੀਦਾ ਹੈ, ਇਸ ਲਈ ਉਹ ਉਸਨੂੰ ਮੋਹਰਾਂ ਦਿੰਦੇ ਹਨ। ਤਾਂ ਦੇਖਿਆ ਮਹਾਰਾਜਾ ਦਾ ਇਨਸਾਫ। ਇਹ ਸੀ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਜਾਂ ਫਿਰ ਪਾਰਸ ਰਾਜਾ ਕਿਹਾ ਜਾਂਦਾ ਹੈ। ਤਾਂ ਵੇਖਿਆ ਕਿ ਇਨਸਾਫ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਕਿ ਕਦੀ ਅਸੀਂ ਸੋਚਿਆ ਸੀ ਕਿ ਇਸ ਤਰ੍ਹਾਂ ਵੀ ਇਨਸਾਫ ਹੋ ਸਕਦਾ ਹੈ। ਇਸੇ ਲਈ ਉਹਨਾਂ ਨੂੰ ਨਿਆਂਕਾਰੀ ਰਾਜਾ ਆਖਿਆ ਜਾਂਦਾ ਸੀ। ਨਿਆਂਕਾਰੀ ਮਤਲਬ ਨਿਆਏ ਕਰਨ ਵਾਲੇ ਰਾਜਾ। ਤਾਂ ਬੱਚਿਓ, ਆਸ਼ਾ ਹੈ ਜੇ ਕਦੇ ਤੁਹਾਨੂੰ ਵੀ ਇਹੋ ਜਿਹਾ ਮੌਕਾ ਮਿਲਿਆ ਨਿਆਏ ਕਰਨ ਦਾ ਤਾਂ ਤੁਸੀਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਵਾਂਗ ਨਿਆਏ ਕਰੋਗੇ ਅਤੇ ਇੱਕ ਮਹਾਨ ਇਨਸਾਨ ਬਣੋਗੇ।